ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਚੰਦਰਹਾਸ ਦੀ ਦੂਜਾ ਪਾਠ ਪੇਸ਼ ਹੈ ਜੀ। ਕੁੰਤਲਪੁਰ ਦਾ ਧ੍ਰਿਸ਼ਟ ਬੁੱਧੀ ਵਜ਼ੀਰ ਤੇ ਜਲਾਦਾਂ ਨੇ ਚੰਦਰਹਾਸ ਨੂੰ ਜੰਗਲ ਵਿੱਚ ਲੈ ਜਾਣਾ। ਇਹ 2 ਅੰਕ ਦੁਬਾਰਾ ਦੂਜੇ ਪਾਠ ਵਿੱਚ ਪੇਸ਼ ਕਰ ਰਹੇ ਹਾਂ ਜੀ। ਕੁੰਤਲਪੁਰ ਦੇ ਰਾਜੇ ਦੇ ਘਰ ਕੋਈ ਪੁੱਤਰ ਨਹੀਂ ਸੀ। ਉਸ ਦੀ ਔਲਾਦ ਇੱਕ ਸੁੰਦਰ ਕੰਨਿਆ ਸੀ ਜੋ ਅਣਵਿਆਹੀ ਸੀ। ਆਪ ਰਾਜਾ ਬਹੁਤ ਧਰਮਾਤਮਾ ਤੇ ਭਗਵਾਨ ਭਗਤ ਸੀ। ਉਹ ਬਹੁਤ ਸਾਰਾ ਸਮਾਂ ਆਪਣੇ ਗੁਰੂ ਰਿਖੀ ਗਾਲਵ ਕੋਲ ਬਿਤਾਉਂਦਾ ਤੇ ਰਾਜ ਘੱਟ ਕਰਦਾ ਸੀ। ਰਾਜ ਪ੍ਰਬੰਧ ਉਸਨੇ ਆਪਣੇ ਵਜ਼ੀਰ ਧ੍ਰਿਸ਼ਟ ਬੁੱਧੀ ਦੇ ਹਵਾਲੇ ਕੀਤਾ ਹੋਇਆ ਸੀ। ਅਮਲੀ ਤੌਰ ਤੇ ਧ੍ਰਿਸ਼ਟ ਬੁੱਧੀ ਹੀ ਰਾਜਾ ਸੀ। ਧ੍ਰਿਸ਼ਟ ਬੁੱਧੀ ਦੇ 2 ਪੁੱਤਰ ਸਨ, ਮਦਨ ਤੇ ਅਮਲ, ਅਤੇ ਇੱਕ ਕੰਨਿਆ ਵਿਖਿਆ ਸੀ। ਮਦਨ ਤੇ ਅਮਲ ਜਵਾਨ ਹੋ ਚੁੱਕੇ ਸਨ। ਰਾਜ ਪ੍ਰਬੰਧ ਵਿੱਚ ਬਾਪ ਨਾਲ ਹੱਥ ਵਟਾਉਂਦੇ। ਅਮਲ ਖਾਣ ਪੀਣ ਵਾਲਾ ਤੇ ਇਸਤਰੀ ਪ੍ਰੇਮੀ ਸੀ। ਉਹ ਤਾਂ ਰਾਗ ਰੰਗ ਤੇ ਨਾਚ ਵਿੱਚ ਮਸਤ ਰਹਿੰਦਾ ਸੀ, ਪਰ ਮਦਨ ਭਗਤੀ ਭਾਵ ਵਾਲਾ ਸੀ। ਜਿੱਥੇ ਰਾਜ ਮਹਿਲਾਂ ਵਿੱਚ ਵੈਲ ਦਾ ਪ੍ਰਵਾਹ ਚੱਲਦਾ ਸੀ, ਉੱਥੇ ਕਦੀ ਕਦਾਈ ਸੰਤ ਸਮਾਗਮ ਵੀ ਹੋਇਆ ਕਰਦਾ ਸੀ। ਪਰ ਧ੍ਰਿਸ਼ਟ ਬੁੱਧੀ ਦਾ ਸੁਭਾਅ ਵੱਖਰਾ ਸੀ। ਉਹ ਧਨ ਇਕੱਠਾ ਕਰਨ ਵਿੱਚ ਰੁੱਝਾ ਰਹਿੰਦਾ। ਉਸ ਦੀ ਇੱਕੋ ਇੱਛਾ ਸੀ ਰਾਜ ਦੇ ਮਾਲਕ ਬਣਨ ਦੀ। ਭਾਵੇਂ ਉਸ ਕੋਲ ਬਹੁਤ ਦੌਲਤ ਤੇ ਜਗੀਰ ਸੀ, ਫਿਰ ਵੀ ਉਸ ਦੀ ਭੁੱਖ ਨਹੀਂ ਸੀ ਮਿਟਦੀ। ਮਦਨ ਦੇ ਯਤਨ ਨਾਲ ਵਜ਼ੀਰ ਦੇ ਘਰ ਇੱਕ ਦਿਨ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਗਿਆ। ਬ੍ਰਾਹਮਣ ਤੇ ਹੋਰ ਸੰਤਾਂ ਦੇ ਨਾਲ ਉਹ ਸੰਤ ਮੰਡਲੀ ਵੀ ਭੋਜਨ ਛਕਣ ਵਾਸਤੇ ਆਈ, ਜਿਸ ਵਿੱਚ ਚੰਦਰਹਾਸ ਸੀ। ਸੰਤ ਮੰਡਲੀ ਦੇ ਮੁਖੀ ਸੰਤ ਕੋਲ ਚੰਦਰਹਾਸ ਬੈਠਾ ਭੋਜਨ ਛਕ ਰਿਹਾ ਸੀ। ਸਬੱਬ ਨਾਲ ਧ੍ਰਿਸ਼ਟ ਬੁੱਧੀ ਵੀ ਉੱਧਰ ਆ ਗਿਆ। ਉਸਨੇ ਸੰਤਾਂ ਨੂੰ ਪੁੱਛਿਆ, ਹੋਰ ਕੋਈ ਸੇਵਾ? ਕੁਝ ਆਵੇ ਮੁਨੀ ਜੀ। ਅੱਗੋਂ ਸੰਤਾਂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ, ਪਰ ਹੱਸ ਪਏ। ਹੱਸਦੇ ਦੇਖ ਕੇ ਧ੍ਰਿਸ਼ਟ ਬੁੱਧੀ ਨੇ ਹੱਸਣ ਦਾ ਕਾਰਨ ਪੁੱਛਿਆ, ਹੇ ਮੁਨੀ ਜੀ, ਆਪ ਕਿਉਂ ਹੱਸੇ ਹੋ? ਸੰਤ ਜੀ ਨੇ ਆਖਿਆ, ਮੈਂ ਇਸ ਕਰਕੇ ਹੱਸਿਆ ਹਾਂ ਕਿ ਇਹ ਮੇਰੇ ਲਾਗੇ ਯਤੀਮ ਲੜਕਾ ਚੰਦਰਹਾਸ ਬੈਠਾ ਹੈ। ਕੁਦਰਤ ਦੇ ਰੰਗ ਇਹ ਇਸ ਰਾਜ ਦਾ ਮਾਲਕ ਅਤੇ ਇਸ ਰਾਜੇ ਦਾ ਜਵਾਈ ਬਣੇਗਾ। ਪਰਮਾਤਮਾ ਦੀ ਬੇਅੰਤ ਲੀਲਾ ਉੱਤੇ ਮੈਨੂੰ ਹਾਸਾ ਆ ਰਿਹਾ ਹੈ। ਸੰਤਾਂ ਦਾ ਇਹ ਬਚਨ ਸੁਣ ਕੇ ਧ੍ਰਿਸ਼ਟ ਬੁੱਧੀ ਉੱਥੋਂ ਖਿਸਕ ਗਿਆ, ਪਰ ਉਸ ਦੇ ਦਿਲ ਨੂੰ ਇਹ ਗੱਲ ਖਾ ਰਹੀ ਸੀ, ਕਿਉਂਕਿ ਉਹ ਤਾਂ ਕੁੰਤਲਪੁਰ ਅਤੇ ਉਸ ਦੇ ਅਧੀਨ ਪੈਂਦੇ ਰਾਜਾਂ ਨੂੰ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ। ਉਹ ਆਸ ਰੱਖੀ ਬੈਠਾ ਸੀ ਕਿ ਰਾਜੇ ਦਾ ਕੋਈ ਪੁੱਤਰ ਨਹੀਂ ਹੈ, ਲੜਕੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਾਰ ਦੇਵੇਗਾ। ਰਾਜਾ ਰਾਣੀ ਵੈਸੇ ਹੀ ਮਰ ਜਾਣਗੇ, ਆਪਣੇ ਪੁੱਤਰਾਂ ਨੂੰ ਉਹ ਰਾਜ ਤਖਤ ਤੇ ਬਿਠਾਵੇਗਾ। ਪਰ ਸੰਤਾਂ ਦੇ ਬਚਨਾਂ ਨੇ ਉਸ ਦੇ ਮਨ ਵਿੱਚ ਬੇਚੈਨੀ ਪਾ ਦਿੱਤੀ। ਉਹ ਸੋਚਣ ਲੱਗਾ, ਸੰਤਾਂ ਦਾ ਆਖਿਆ ਵੀ ਬਿਰਥਾ ਨਹੀਂ ਜਾਂਦਾ। ਸ਼ਾਇਦ ਇਹ ਬਚਨ ਸੱਚੇ ਹੀ ਹੋ ਜਾਣ। ਇਸ ਲੜਕੇ ਨੂੰ ਹੁਣੇ ਹੀ ਕਿਸੇ ਪਾਸੇ ਕਰ ਦੇਣਾ ਚਾਹੀਦਾ ਹੈ। ਇਉਂ ਮਨ ਨਾਲ ਫੈਸਲਾ ਕਰਕੇ ਧ੍ਰਿਸ਼ਟ ਬੁੱਧੀ ਸੰਤ ਮੰਡਲੀ ਵਿੱਚੋਂ ਖਿਸਕ ਗਿਆ। ਉਸਨੇ ਜਾ ਕੇ ਰਾਜਦੂਤਾਂ ਵਿੱਚੋਂ ਜਲਾਦਾਂ ਨੂੰ ਸੱਦ ਕੇ ਸਾਰੀ ਗੱਲ ਸਮਝਾਈ ਤੇ ਲਾਲਚ ਦਿੱਤਾ। ਜਲਾਦਾਂ ਨੂੰ ਸੰਤ ਮੰਡਲੀ ਦੇ ਨੇੜੇ ਲਿਆ ਕੇ ਚੰਦਰਹਾਸ ਨੂੰ ਦਿਖਾ ਦਿੱਤਾ। ਇਹ ਸਾਰੀ ਕਾਰਵਾਈ ਗੁਪਤ ਰੂਪ ਵਿੱਚ ਹੋਈ, ਕਿਉਂਕਿ ਉਸਨੇ ਆਪਣਾ ਆਪ ਵੀ ਬਚਾਉਣਾ ਸੀ, ਤਾਂ ਕਿ ਉਸ ਦਾ ਸਾਰਾ ਪਾਪ ਜੱਗ ਜ਼ਾਹਰ ਨਾ ਹੋ ਜਾਵੇ। ਉਸਨੇ ਜਲਾਦਾਂ ਨੂੰ ਆਖਿਆ ਕਿ ਚੰਦਰਹਾਸ ਦਾ ਕੋਈ ਵੀ ਇੱਕ ਅੰਗ ਲਿਆ ਕੇ ਉਸ ਨੂੰ ਦਿਖਾ ਦੇਵੋਗੇ ਤਾਂ ਮੂੰਹ ਮੰਗਿਆ ਇਨਾਮ ਪਾਵੋਗੇ, ਪਰ ਉਸ ਨੂੰ ਜਾਨੋਂ ਨਹੀਂ ਮਾਰਨਾ। ਤਾਂ ਜਲਾਦ ਮੰਨ ਗਏ। ਚੰਦਰਹਾਸ ਨੂੰ ਦੇਖ ਲਿਆ। ਇਹ ਧ੍ਰਿਸ਼ਟ ਬੁੱਧੀ ਦਾ ਪਾਪ ਕਰਮ ਸੀ। ਅਸਲ ਵਿੱਚ ਮਾਇਆਧਾਰੀ ਅੰਨਾ ਬੋਲਾ ਹੁੰਦਾ ਹੈ। ਉਹ ਦੌਲਤ ਤੇ ਰਾਜ ਨੂੰ ਲੈਣ ਵਾਸਤੇ ਜੀਵ ਹੱਤਿਆ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦਾ, ਭਾਵੇਂ ਉਸ ਦੀ ਜਾਨ ਚਲੀ ਜਾਵੇ। ਇਸੇ ਵਾਸਤੇ ਜਗਤ ਵਿੱਚ ਸੰਤ ਲੋਕ ਮਾਇਆ ਨੂੰ ਪਾਪਾਂ ਦਾ ਮੂਲ ਆਖਦੇ ਹਨ। 4 ਚੁਫੇਰੇ ਸਾਂ-ਸਾਂ ਕਰਦਾ ਜੰਗਲ ਸੀ। ਉਹ ਜੰਗਲ ਵਿੱਚ ਹੋਰ ਬ੍ਰਿਛਾਂ ਤੋਂ ਬਿਨਾਂ ਚੰਦਨ ਦੇ ਰੁੱਖ ਵੀ ਸਨ। ਸੁਗੰਧੀ ਦੀਆਂ ਲਪਟਾਂ ਆ ਰਹੀਆਂ ਸਨ। ਮਨੁੱਖ ਮਾਰੂ ਤੇ ਮਨੁੱਖ ਪਿਆਰੂ ਜਾਨਵਰਾਂ ਦਾ ਘਾਟਾ ਨਹੀਂ ਸੀ। ਪੰਛੀ ਭਾਂਤ ਭਾਂਤ ਦੀਆਂ ਬੋਲੀਆਂ ਬੋਲ ਰਹੇ ਸਨ। ਇੱਕ ਛੋਟੀ ਜਿਹੀ ਨਦੀ ਵਗਦੀ ਸੀ, ਜਿਸ ਦਾ ਨਿਰਮਲ ਨੀਰ ਪੰਛੀਆਂ ਤੇ ਜਾਨਵਰਾਂ ਵਾਸਤੇ ਮਿੱਠੇ ਦੁੱਧ ਦੀ ਧਾਰਾ ਸੀ। ਉਸ ਜੰਗਲ ਉੱਤੇ ਕੁਦਰਤ ਬਹੁਤ ਖੁਸ਼ ਜਾਪਦੀ ਸੀ। ਬਰਕਤਾਂ ਹੀ ਬਰਕਤਾਂ ਵਸਦੀਆਂ ਸਨ। ਜਲਾਦਾਂ ਨੇ ਚੰਦਰਹਾਸ ਨੂੰ ਚੁੱਕ ਲਿਆ। ਚੁੱਕਿਆ ਵੀ ਉਹਨਾਂ ਨੇ ਸੰਤਾਂ ਦੇ ਡੇਰਿਓਂ ਰਾਤ ਨੂੰ ਸੀ। ਪਾਪੀਆਂ ਨੇ ਉਸ ਦਾ ਮੂੰਹ ਘੁੱਟ ਲਿਆ, ਆਵਾਜ਼ ਨਾ ਨਿਕਲਣ ਦਿੱਤੀ। ਚੁੱਕ ਕੇ ਜੰਗਲ ਵਿੱਚ ਲੈ ਆਏ। ਨਦੀ ਕਿਨਾਰੇ ਲਿਆ ਖਿਲਾਰਿਆ। ਉਹਨਾਂ ਦਾ ਸ਼ਾਇਦ ਇਹ ਵਿਚਾਰ ਸੀ ਕਿ ਇਸ ਨੂੰ ਮਾਰ ਕੇ ਨਦੀ ਵਿੱਚ ਰੋੜ ਦਿਆਂਗੇ, ਨਹੀਂ ਤੇ ਆਪ ਤਾਂ ਲਹੂ ਵਾਲੇ ਹੱਥ ਧੋ ਹੀ ਲਵਾਂਗੇ। ਪਾਪੀ
ਤੇ ਲਾਲਚੀ ਪਾਪ ਕਰਨੋਂ ਨਹੀਂ ਝਿਜਕਦੇ। ਉਹਨਾਂ ਨੂੰ ਮਾਸੂਮ ਬਾਲਕ ਉੱਤੇ ਤਰਸ ਨਹੀਂ ਆਇਆ। ਨਿਰਦੋਸ਼ੇ ਨੂੰ ਮਾਰਨ ਲੱਗਿਆ, ਨਿਰਦੋਸ਼ੇ ਨੂੰ ਜੋ ਮਰਵਾ ਰਿਹਾ ਸੀ ਧ੍ਰਿਸ਼ਟ ਬੁੱਧੀ, ਉਹ ਕਿਹੜਾ ਸੁੱਖ ਪਾਵੇਗਾ। ਚੰਦਰਹਾਸ ਨੂੰ ਪਤਾ ਲੱਗ ਗਿਆ ਕਿ ਜਲਾਦ ਉਸ ਨੂੰ ਮਰਵਾ ਰਹੇ ਹਨ। ਉਸ ਮਾਸੂਮ ਬਾਲਕ ਨੇ ਪੁੱਛਿਆ, ਵੀਰੋ ਇਹ ਤਾਂ ਦੱਸੋ ਕਿ ਮੈਨੂੰ ਕਿਉਂ ਮਾਰ ਰਹੇ ਹੋ। ਜਲਾਦ, ਕਾਕਾ ਤੇਰੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ, ਤੈਨੂੰ ਧ੍ਰਿਸ਼ਟ ਬੁੱਧੀ ਵਜ਼ੀਰ ਮਰਵਾ ਰਿਹਾ ਹੈ। ਉਹਦੇ ਭੇਜੇ ਹੋਏ ਅਸੀਂ ਹਾਂ। ਮਾਲਕ ਦਾ ਨਮਕ ਹਰਾਮ ਨਹੀਂ ਕਰਦੇ, ਅਸੀਂ ਉਸ ਨੂੰ ਹਲਾਲ ਕਰਨਾ ਹੈ। ਅਸੀਂ ਤਾਂ ਆਗਿਆ ਦਾ ਪਾਲਣ ਕਰ ਰਹੇ ਹਾਂ। ਚੰਦਰਹਾਸ, ਉਹ ਮੈਨੂੰ ਕਿਉਂ ਮਰਵਾ ਰਿਹਾ ਹੈ? ਮੈਂ ਉਸ ਦਾ ਕੀ ਵਿਗਾੜਿਆ ਹੈ? ਜਲਾਦ, ਉਸ ਨੂੰ ਕਿਸੇ ਨੇ ਸ਼ੱਕ ਪਾਇਆ ਹੈ ਕਿ ਇਹ ਕੁੰਤਲਪੁਰ ਰਾਜ ਦਾ ਜਵਾਈ ਤੇ ਰਾਜਾ ਬਣੇਗਾ। ਇਸ ਵਾਸਤੇ ਉਹ ਤੈਨੂੰ ਮਰਵਾ ਰਿਹਾ ਹੈ ਕਿਉਂਕਿ ਉਹ ਕੁੰਤਲਪੁਰ ਦੇ ਰਾਜ ਨੂੰ ਆਪ ਸਾਂਭਣਾ ਚਾਹੁੰਦਾ ਹੈ। ਹੁਣ ਅਸਾਂ ਤੈਨੂੰ ਮਾਰ ਦੇਣਾ ਹੈ, ਗੱਲਾਂ ਦਾ ਸਮਾਂ ਨਹੀਂ ਹੈ। ਚੰਦਰਹਾਸ ਬੜੀ ਨਿਮਰਤਾ ਨਾਲ, ਮੈਨੂੰ ਮਾਰ ਦਿਓ, ਮੈਂ ਤੁਹਾਡੇ ਹੱਥ ਨਹੀਂ ਫੜਦਾ, ਪਰ ਇੱਕ ਬੇਨਤੀ ਕਰਦਾ ਹਾਂ ਕਿ ਮਰਨ ਤੋਂ ਪਹਿਲਾਂ ਮੈਨੂੰ ਠਾਕੁਰ ਜੀ ਦੀ ਪੂਜਾ ਕਰ ਲੈਣ ਦਿਓ। ਇਸ ਨਾਲ ਆਪਦਾ ਦਾ ਕੋਈ ਹਰਜ ਨਹੀਂ, ਮੇਰਾ ਸ਼ਾਇਦ ਭਲਾ ਹੋ ਜਾਵੇ। ਚੰਦਰਹਾਸ ਦੀ ਗੱਲ ਜਲਾਦਾਂ ਨੇ ਮੰਨ ਲਈ। ਚੰਦਰਹਾਸ ਨੇ ਗਲ ਵਾਲੇ ਝੋਲੇ ਵਿੱਚੋਂ ਠਾਕੁਰ ਜੀ ਨੂੰ ਕੱਢਿਆ ਤੇ ਜੰਗਲ ਦੇ ਫੁੱਲ ਪੱਤੇ ਤੋੜ ਕੇ ਪੂਜਾ ਕਰਨ ਲੱਗਾ। ਪੂਜਾ ਕਰਦਾ ਕਰਦਾ ਵੈਰਾਗ ਵਿੱਚ ਆ ਗਿਆ। ਉਸ ਦੀ ਮਾਸੂਮ ਆਤਮਾ ਇਸ ਤਰ੍ਹਾਂ ਪ੍ਰਭੂ ਅੱਗੇ ਬੇਨਤੀ ਕਰ ਰਹੀ ਸੀ। ਸ਼ਾਇਦ ਉਸ ਦੇ ਮਨੋਂ ਭਾਵਾਂ ਦਾ ਵਿਚਾਰ ਕਰਕੇ ਚੌਥੀ ਪਾਤਸ਼ਾਹੀ ਨੇ ਵੀ ਸ਼ਬਦ ਉਚਾਰਿਆ ਹੈ, ਰਾਮ ਕਰ ਕਿਰਪਾ ਲਿਹੋ ਉਬਾਰੇ, ਜਿਉ ਪਕਰ ਦ੍ਰੋਪਤੀ ਦੁਸ਼ਟਾਂ, ਆਨੀ ਹਰ ਹਰ ਲਾਜ ਨਿਵਾਰੇ ਰਹਾਓ। ਕਰ ਕਿਰਪਾ ਜਾਚਕ ਜਨ ਤੇਰੇ, ਇੱਕ ਮੰਗੋ ਦਾਨ ਪਿਆਰੇ, ਸਤਿਗੁਰ ਕੀ ਨਿਤ ਸ਼ਰਧਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਨਟ ਮਹੱਲਾ ਚੌਥਾ। ਹੇ ਪ੍ਰਭੂ ਭਗਵਾਨ, ਦਇਆ ਕਰਕੇ ਮੈਨੂੰ ਬਚਾ ਲੈ। ਜਿਵੇਂ ਦ੍ਰੋਪਦੀ ਨੂੰ ਪਾਪੀਆਂ ਨੇ ਫੜ ਕੇ ਦੁਸ਼ਟ ਦੁਰਯੋਧਨ ਦੀ ਸਭਾ ਵਿੱਚ ਲਿਆਂਦਾ ਸੀ, ਤਿਵੇਂ ਮੈਨੂੰ ਜੰਗਲ ਵਿੱਚ ਲੈ ਆਏ ਨੇ। ਜਿਸ ਤਰ੍ਹਾਂ ਦ੍ਰੋਪਦੀ ਦੀ ਇੱਜ਼ਤ ਰੱਖੀ ਸੀ, ਇਸੇ ਤਰ੍ਹਾਂ ਮੇਰੇ 'ਤੇ ਵੀ ਕਿਰਪਾ ਕਰੋ। ਹੇ ਪਿਆਰੇ, ਹੇ ਸੱਚੇ ਭਗਵਾਨ, ਮੈਂ ਤੇਥੋਂ ਦਾਨ ਮੰਗਦਾ ਹਾਂ, ਮੇਰੇ 'ਤੇ ਦਇਆ ਕਰੋ। ਮੇਰਾ ਮਨ ਤੇਰੇ ਚਰਨਾਂ ਵਿੱਚ ਹੀ ਲੱਗਾ ਰਹੇ, ਤੂੰ ਹੀ ਮੇਰਾ ਮਾਲਕ ਹੈ। ਹੇ ਪ੍ਰਭੂ ਦਇਆ ਕਰ। ਚੰਦਰਹਾਸ ਨੇ ਭਜਨ ਗਾਇਆ, ਹੇ ਪ੍ਰਭੂ ਹੇ ਦੀਨ ਦਿਆਲ, ਮੈਂ ਨਿਰਦੋਸ਼ਾ ਪਕੜ ਬਿਠਾਇਆ ਹੈ ਜੰਗਲ ਵੇਸ਼ਾਲ। ਹੇ ਪ੍ਰਭੂ ਦੱਸ ਦੇ ਖਾਂ ਮੈਨੂੰ, ਕਿਉਂ ਆਇਆ ਮੇਰਾ ਕਾਲ, ਕਿਸ ਜਨਮ ਦਾ ਪਾਪ ਇਹ ਲਗੜਾ, ਮੈਂ ਮਾਸੂਮ ਹਾਂ ਬਾਲ। ਹੇ ਪ੍ਰਭੂ ਹੇ ਦੀਨ ਦਿਆਲ, ਤੇਰੇ ਬਿਨਾ ਨਹੀਂ ਕੋਈ ਹੈ ਮੇਰਾ, ਤੂੰ ਪੀਤਾ ਪ੍ਰਤਪਾਲ। ਹਾਥੀ ਦੇ ਤੂੰ ਬੰਧਨ ਕੱਟੇ, ਓ ਗੋਕੁਲ ਕ੍ਰਿਸ਼ਨ ਗੋਪਾਲ, ਅਜਾਮਲ ਪਾਪੀ ਤਾਰਨ ਵਾਲੇ, ਮੇਰਾ ਵੀ ਕਰ ਖਿਆਲ। ਹੇ ਪ੍ਰਭੂ ਹੇ ਦੀਨ ਦਿਆਲ। ਚੰਦਰਹਾਸ ਨੇ ਭਗਵਾਨ ਅੱਗੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ। ਉਸ ਦੀ ਪ੍ਰਾਰਥਨਾ ਦਰਗਾਹੇ ਪ੍ਰਵਾਨ ਹੋ ਗਈ। ਪ੍ਰਭੂ ਨੇ ਜਲਾਦਾਂ ਦੇ ਹਿਰਦੇ ਨੂੰ ਨੱਪਿਆ, ਉਹਨਾਂ ਅੰਦਰ ਦਇਆ ਦਾ ਪ੍ਰਵੇਸ਼ ਕਰਾਇਆ। ਉਹਨਾਂ ਨੇ ਆਪੋ ਵਿੱਚ ਹੀ ਫੈਸਲਾ ਕੀਤਾ ਕਿ ਇਸ ਬਾਲਕ ਨੂੰ ਮਾਰਨਾ ਨਹੀਂ ਚਾਹੀਦਾ, ਛੱਡ ਦਈਏ। ਮਾਸੂਮ ਬਾਲਕ ਨੂੰ ਮਾਰਨ ਦਾ ਪਾਪ ਬਹੁਤ ਲੱਗੇਗਾ, ਅਸੀਂ ਪਾਪ ਦੇ ਭਾਗੀ ਨਹੀਂ ਬਣ ਸਕਦੇ। ਉਹਨਾਂ ਨੇ ਚੰਦਰਹਾਸ ਦੇ ਪੈਰਾਂ ਵੱਲ ਦੇਖਿਆ। ਇੱਕ ਪੈਰ ਦੀਆਂ 6 ਉਂਗਲਾਂ ਸਨ। 6 ਉਂਗਲਾਂ ਭੈੜੀਆਂ ਹੁੰਦੀਆਂ ਹਨ। ਉਸ ਨੇ ਇੱਕ ਵਾਧੂ ਉਂਗਲ ਕੱਟ ਦਿੱਤੀ ਤੇ ਤੁਰਦੇ ਹੋਏ ਉਸ ਦੀ ਉਂਗਲ ਧ੍ਰਿਸ਼ਟ ਬੁੱਧੀ ਨੂੰ ਦਿਖਾਉਣ ਦੀ ਵਿਉਂਤ ਸੋਚ ਲਈ। ਜਲਾਦ ਚਲੇ ਗਏ। ਉਹ ਵਿਸ਼ਾਲ ਜੰਗਲ ਵਿੱਚ ਚੰਦਰਹਾਸ ਇਕੱਲਾ ਬੈਠਿਆ ਰਿਹਾ। ਉਂਗਲੀ ਕੱਟਣ ਕਾਰਨ ਲਹੂ ਚੱਲਦਾ ਰਿਹਾ ਤੇ ਦਰਦ ਹੁੰਦੀ ਰਹੀ। ਫਿਰ ਵੀ ਉਸ ਨੇ ਪ੍ਰਭੂ ਦੀ ਆਰਾਧਨਾ ਨਹੀਂ ਛੱਡੀ। ਅਚਾਨਕ ਹੀ ਪੀੜ ਹਟ ਗਈ ਤੇ ਲਹੂ ਵੀ ਸੁੱਕ ਗਿਆ। ਉਹ ਬੈਠਾ ਪ੍ਰਭੂ ਦੇ ਗੁਣ ਗਾਉਂਦਾ ਰਿਹਾ। ਜੰਗਲ ਦੇ ਪੰਛੀ ਵੀ ਉਸ ਦੇ ਨਾਲ ਗਾਉਂਦੇ ਰਹੇ। ਇਸ ਤਰ੍ਹਾਂ ਭਾਗ ਦੂਜੇ ਦੀ ਸਾਖੀ ਇੱਥੇ ਹੀ ਸਮਾਪਤ ਹੁੰਦੀ ਹੈ। ਅਗਲੀ ਸਾਖੀ ਅਗਲੇ ਅੰਕ ਵਿੱਚ ਪੇਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।